Good morning, students. Today we do our 10th story, The Silver Lining by Chaman Nahal. Chaman Nahal is an Indian writer and he got the Sahitya Academy Award in 1977 for his work Azadi. ठीक आज़ादी ਉਹਨਾਂ ਦਾ ਇੱਕ ਫੇਮਸ ਵਰਕ ਹੋਇਆ ਜਿਹਦੇ ਕਰਕੇ ਉਹਨਾਂ ਨੂੰ ਸਾਹਿਤਿਆ ਅਕੈਡਮੀ ਅਵਾਰਡ 1977 ਦੇ ਵਿੱਚ ਮਿਲਿਆ। Now we start the summary of the story Silver Lining. Firstly, I tell you about the silver lining. Silver lining means here hope, एक उम्मीद। ठीक है, मतलब ਆਪਾਂ ਆਪਣੀ ਸੋਚ ਨੂੰ ਨੈਗੇਟਿਵਿਟੀ ਤੋਂ ਪੋਜ਼ਿਟਿਵਿਟੀ ਦੇ ਵਿੱਚ ਜਦੋਂ ਲੈ ਕੇ ਜਾਂਦੇ ਹਾਂ ਤਾਂ ਉੱਥੇ ਕੀ ਹੈ, ਇੱਕ ਉਮੀਦ ਹੈ ਜਿਹੜੀ ਜਾਗ ਜਾਂਦੀ ਹੈ। That is the meaning of the word the silver lining. Here we listen about proverb that is every cloud has a silver lining. Every cloud has a silver lining means मतलब हर एक cloud here means problems जो अपनी लाइफ ਦੇ ਵਿੱਚ ਆਉਂਦੀਆਂ ਨੇ। ठीक कि ਉਹ हर एक problems ठीक है जो अपनी लाइफ ਦੇ ਵਿੱਚ ਆਉਂਦੀਆਂ ਨੇ ਉਹਨਾਂ ਦਾ ਜੋ ਸੋਲੂਸ਼ਨ ਹੈ ठीक है ना ਉਹ ਉਹਦੇ ਵਿੱਚ ਹੀ ਛੁਪਿਆ ਹੁੰਦਾ ਹੈ। ਹਰ ਇੱਕ ਪ੍ਰੋਬਲਮ ਦਾ ਜੋ ਸੋਲੂਸ਼ਨ ਹੈ ਉਹਦੇ ਵਿੱਚ ਹੀ ਛੁਪਿਆ ਹੁੰਦਾ ਹੈ। That is the meaning of the proverb every cloud has a silver lining means ਜੇਕਰ ਆਪਣੀ ਲਾਈਫ ਦੇ ਵਿੱਚ ਮੁਸ਼ਕਿਲਾਂ ਆ ਰਹੀਆਂ ਨੇ ਤਾਂ ਉੱਥੇ ਕੋਈ ਨਾ ਕੋਈ ਹੋਪ ਹੈ ਜਿਹੜੀ ਜਾਂ ਪੋਜ਼ਿਟਿਵਿਟੀ ਹੈ ਜਿਹੜੀ ਠੀਕ ਹੈ ਨਾ ਉਹਦੇ ਵਿੱਚ ਹੀ ਛੁਪੀ ਹੁੰਦੀ ਹੈ। ਸਿਲਵਰ ਲਾਈਨਿੰਗ ਮੀਨਸ ਠੀਕ clear. Now we start the summary. The silver lining describe the story of a handicapped child and her parents' unhappy moments until a guest who is similarly handicapped brings a ray of hope into their child's life. हाँ जी, सिल्वर लाइनिंग की डिस्क्राइब कर रहे हैं ਆਪਾਂ ਨੂੰ ਸਟੋਰੀ। ਇੱਕ ਹੈਂਡੀਕੈਪਡ ਚਾਈਲਡ ਦੇ ਬਾਰੇ ਦਿਖਾਈ ਹੈ ਆਪਾਂ ਨੂੰ ਸਟੋਰੀ ਅਤੇ ਉਹਦੇ ਪੇਰੈਂਟਸ ਜੋ ਕਿ ਅਨਹੈਪੀ ਮੋਮੈਂਟਸ ਬਤੀਤ ਕਰ ਰਹੇ ਨੇ ਬਿਕੋਜ਼ ਦ ਚਾਈਲਡ ਇਜ਼ ਹੈਂਡੀਕੈਪਡ। ਠੀਕ ਹੈ, ਡੀਫ ਐਂਡ ਡੰਬ ਆਲਸੋ until a guest who is similarly handicapped brings a ray of hope into their child's life. ठीक है, ਇਸ ਤੋਂ ਇਲਾਵਾ ਆਪਾਂ ਨੂੰ ਇੱਕ ਤਾਂ ਚਾਈਲਡ ਦਿਖਾਇਆ, ਉਹਦੇ ਪੇਰੈਂਟਸ ਦਿਖਾਇਆ ਅਨਹੈਪੀ ਮੋਮੈਂਟਸ, ਇੱਕ ਆਪਾਂ ਨੂੰ ਗੈਸਟ ਦਿਖਾਇਆ ਜੋ ਕਿ ਸਿਮਿਲਰ ਹੈਂਡੀਕੈਪਡ ਹੈ ਬਟ ਉਹ ਕੀ ਲੈ ਕੇ ਆਉਂਦਾ ਹੈ ਉਹਨਾਂ ਦੀ ਲਾਈਫ ਦੇ ਵਿੱਚ ਇੱਕ ਰੇ ਆਫ ਹੋਪ, ਇੱਕ ਉਮੀਦ ਦੀ ਕਿਰਨ ਇਨਟੂ ਦੇਅਰ ਚਾਈਲਡਸ ਲਾਈਫ। ਉਹਨਾਂ ਦੇ ਬੱਚੇ ਦੀ ਜ਼ਿੰਦਗੀ ਦੇ ਵਿੱਚ ਇੱਕ ਉਮੀਦ ਭਰੀ ਜੋ ਰੇ ਹੈ, ਰੇ ਆਫ ਹੋਪ ਹੈ, ਉਹ ਲੈ ਕੇ ਆਉਂਦਾ। His views about judging a man's outward appearance is that a happy man who puts on an appearance of happiness may be crushed deeply within, while an idiot may be truly happy. ਠੀਕ ਹੈ, ਉਹਦਾ ਇੱਕ ਪਰਸਨ ਨੂੰ, ਇੱਕ ਵਿਅਕਤੀ ਨੂੰ ਜੱਜ ਕਰਨ ਦਾ ਜੋ ਵਿਊ ਪੁਆਇੰਟ ਆਫ ਵਿਊ ਸੀਗਾ ਠੀਕ ਹੈ ਉਹ ਕੀ ਸੀ, ਉਹ ਕੀ ਕਹਿ ਰਿਹਾ ਸੀਗਾ ਕਿ ਆਊਟਵਰਡ ਅਪੀਅਰੈਂਸ ਇਜ਼ ਦੈਟ, ਬੰਦੇ ਦੀ ਆਊਟਵਰਡ ਅਪੀਅਰੈਂਸ ਹੈ ਜਿਹੜੀ ਉਹ ਕੀ ਹੈ, ਇੱਕ ਖੁਸ਼ ਆਦਮੀ ਠੀਕ ਹੈ ਨਾ ਜੋ ਕਿ ਆਪਣੇ ਚਿਹਰੇ 'ਤੇ ਖੁਸ਼ੀਆਂ ਦਿਖਾਉਂਦਾ ਹੈ, ਅਪੀਅਰੈਂਸ ਆਫ ਹੈਪੀਨੈਸ ਦਿਖਾਉਂਦਾ ਹੈ। ਮੇ ਬੀ ਕ੍ਰਸ਼ਡ ਡੀਪਲੀ ਵਿਦਿਨ, ਹੋ ਸਕਦਾ ਹੈ ਮਤਲਬ ਉਹ ਅੰਦਰੋਂ ਟੁੱਟਿਆ ਹੋਇਆ ਹੋਵੇ। ਵਾਈਲ ਐਨ ਈਡੀਅਟ ਮੇ ਬੀ ਟਰੂਲੀ ਹੈਪੀ, ਬਟ ਜਿਹੜਾ ਈਡੀਅਟ ਹੋਏਗਾ, ਮੂਰਖ ਹੋਏਗਾ, ਉਹ ਸੱਚਮੁੱਚ ਹੀ ਸੱਚਾ ਮਤਲਬ ਖੁਸ਼ ਰਹਿਣ ਵਾਲਾ ਹੋਏਗਾ। ਦੈਟ ਇਜ਼ ਦਾ ਪੁਆਇੰਟ ਆਫ ਵਿਊ ਆਫ ਦਾ guest. ठीक है, and Chaman Nahal narrates his experience during his stay at a private guest house in one of the hill resorts. ਓਕੇ, ਤਾਂ ਚਮਨ ਨਹਿਲ ਆਪਾਂ ਨੂੰ ਸਟੋਰੀ ਨਰੇਟ ਕਰ ਰਹੇ ਨੇ, ਉਹ ਆਪਣਾ ਐਕਸਪੀਰੀਅੰਸ ਦੱਸ ਰਹੇ ਨੇ। ਇਹਦੇ ਵਿੱਚ ਚਮਨ ਨਹਿਲ ਜੀ ਕਹਿ ਰਹੇ ਨੇ ਕਿ ਆਪਣਾ ਐਕਸਪੀਰੀਅੰਸ ਦੱਸਦੇ ਹੋਏ ਕਹਿ ਰਹੇ ਨੇ ਕਿ ਡਿਊਰਿੰਗ ਹਿਸ ਸਟੇ ਐਟ ਅ ਪ੍ਰਾਈਵੇਟ ਗੈਸਟ ਰੂਮ ਇਨ ਵਨ ਆਫ ਦਾ ਹਿਲ ਰਿਜ਼ੋਰਟ, ਇੱਕ ਹਿਲੀ ਰਿਜ਼ੋਰਟ ਦੇ ਵਿੱਚ ਇੱਕ ਪ੍ਰਾਈਵੇਟ ਗੈਸਟ ਰੂਮ ਦੇ ਵਿੱਚ ਉਹ ਸਟੇ ਕਰਨ ਜਾਂਦੇ ਨੇ। ਵੇਅਰ ਵਨ ਆਫ ਹਿਸ ਫਰੈਂਡਸ ਹੈਡ ਰਿਕਮੈਂਡਡ, ਠੀਕ ਹੈ ਨਾ, ਕਿਉਂਕਿ ਉਹਨਾਂ ਦੇ ਇੱਕ ਦੋਸਤ ਨੇ, ਮਤਲਬ ਉਹਨਾਂ ਦੇ ਦੋਸਤਾਂ ਦੇ ਵਿੱਚੋਂ ਇੱਕ ਦੋਸਤ ਨੇ ਕਿਸੇ ਨੇ ਰਿਕਮੈਂਡ ਕੀਤਾ ਹੁੰਦਾ ਉਸ ਪ੍ਰਾਈਵੇਟ ਗੈਸਟ ਦੇ ਵਿੱਚ ਜਾਣ ਦੇ ਲਈ। ਇਟ ਕਵਰਡ ਆਲ ਦਾ ਫੈਸਿਲਿਟੀਜ਼ ਦੈਟ ਜਨਰਲੀ ਲੈਕਡ ਇਨ ਐਡਵਰਟਾਈਜ਼ਮੈਂਟ ਐਂਡ ਇਟ ਵਾਜ਼ ਅ ਸਾਇਲੈਂਟ ਰਿਜ਼ੋਰਟ। ਉਹ ਰਿਜ਼ੋਰਟ ਬੜਾ ਹੀ ਅੱਛਾ ਸੀ, ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਉੱਥੇ ਮਿਲ ਰਹੀ ਸੀ। ਮਤਲਬ ਜਨਰਲੀ ਆਪਾਂ ਕਹਿ ਦਈਏ ਕਿ ਇੱਦਾਂ ਦੀ ਫੈਸਿਲਿਟੀਜ਼ ਹੈ ਜਿਹੜੀ ਐਡਵਰਟਾਈਜ਼ਮੈਂਟ ਦੇ ਵਿੱਚ ਨਹੀਂ ਮਿਲਦੀ, ਆਪਾਂ ਨੂੰ ਘੱਟ ਦੇਖਣ ਨੂੰ ਮਿਲਦੀ ਹੈ, ਬਟ ਉਸ ਰਿਜ਼ੋਰਟ ਦੇ ਵਿੱਚ ਸਾਰੀਆਂ ਫੈਸਿਲਿਟੀਜ਼ ਸੀਗੀਆਂ ਅਤੇ ਉਹ ਸਾਇਲੈਂਟ ਰਿਜ਼ੋਰਟ ਸੀਗਾ ਇੱਕ। ਦ ਹੋਸਟੈਸ ਵਾਜ਼ ਮਿਸਿਸ ਭੰਡਾਰੀ ਫਰੋਮ ਸਾਊਥ, ਮੈਰਿਡ ਟੂ ਨਾਰਥ ਇੰਡੀਅਨ, ਹਿਊਜ, ਡਾਰਕ ਵਿਦ ਬੋਨੀ ਲਿmbs ਐਂਡ ਹਰ ਕੰਪਲੈਕਸ਼ਨ ਡਾਰਕ ਯੈਟ ਪਲੀਜ਼ੈਂਟ ਲੁਕਿੰਗ ਐਂਡ ਕਾਇੰਡ। ਹਾਂਜੀ, ਤਾਂ ਉੱਥੋਂ ਦੀ ਜੋ ਹੋਸਟੈਸ ਹੈ
ਮਿਸਿਸ ਭੰਡਾਰੀ ਹੁੰਦੀ ਹੈ ਜੋ ਕਿ ਸਾਊਥ ਇੰਡੀਅਨ ਇੱਕ ਲੇਡੀ ਹੁੰਦੀ ਹੈ ਅਤੇ ਉਹ ਇੱਕ ਨਾਰਥ ਇੰਡੀਅਨ ਦੇ ਨਾਲ ਇੱਕ ਮਿਸਟਰ ਭੰਡਾਰੀ ਜੋ ਉਹਦਾ ਹਸਬੈਂਡ ਹੈ ਉਹ ਨਾਰਥ ਇੰਡੀਅਨ ਹੁੰਦਾ ਉਹਦੇ ਨਾਲ ਮੈਰਿਜ ਹੋਈ ਹੁੰਦੀ ਹੈ ਉਹਦੀ ਐਂਡ ਹਿਊਜ ਡਾਰਕ ਵਿਦ ਬੋਨੀ ਲਿੰਬਸ ਠੀਕ ਆਪਾਂ ਨੂੰ ਕੀ ਦਿਖਾਇਆ ਮਿਸਿਸ ਭੰਡਾਰੀ ਫਰੋਮ ਸਾਊਥ ਹੈ ਮੈਰਿਡ ਟੂ ਨਾਰਥ ਇੰਡੀਅਨ ਹੈ ਅਤੇ ਬੜੀ ਹਿਊਜ ਹੈ ਡਾਰਕ ਕੰਪਲੈਕਸ਼ਨ ਹੈ ਅਤੇ ਉਹਦੇ ਪਾਰਟਸ ਆਫ ਬੋਡੀ ਹੈ ਜਿਹੜੇ ਬੜੇ ਹੀ ਬੋਨੀ ਜੇ ਨੇ ਮਤਲਬ ਥਿਨ ਹੈ ਐਂਡ ਹਰ ਕੰਪਲੈਕਸ਼ਨ ਡਾਰਕ ਅਤੇ ਉਹਦਾ ਕੰਪਲੈਕਸ਼ਨ ਹੈ ਜਿਹੜਾ ਉਹ ਵੀ ਡਾਰਕ ਹੈ ਬਟ ਆਪਾਂ ਕਹਿ ਦਈਏ ਉਹ ਬੜੀ ਹੀ ਕਾਇੰਡ ਨੇਚਰ ਹੈ ਠੀਕ ਹੈ ਨਾ ਉਹਦਾ ਦਿਲ ਬੜਾ ਅੱਛਾ ਹੈ ਪਲੀਜ਼ੈਂਟ ਲੁਕਿੰਗ ਵੂਮਨ ਹੈ ਦੇ ਹੈਡ ਅ ਡਾਟਰ ਪ੍ਰਮੋਦਨੀ ਠੀਕ ਹੈ ਨਾ ਉਹਨਾਂ ਦੀ ਮਿਸਟਰ ਭੰਡਾਰੀ ਔਰ ਮਿਸਿਸ ਭੰਡਾਰੀ ਦੀ ਇੱਕ ਬੇਟੀ ਹੈ ਪ੍ਰਮੋਦਨੀ ਅਬਾਊਟ 8 year old ਵਿਦ ਅ ਚਾਈਨੀਜ਼ ਕ੍ਰੌਪ ਡਰੈਸਡ ਇਨ ਜੀਨਸ ਐਂਡ ਹਾਈ ਬੂਟਸ ਠੀਕ ਹੈ ਪ੍ਰਮੋਦਨੀ ਜੋ ਉਹਨਾਂ ਦੀ ਬੇਟੀ ਹੈ 8 ਸਾਲ ਦੀ ਬੇਟੀ ਹੈ ਉਹਨਾਂ ਦੀ ਠੀਕ ਹੈ ਅਤੇ ਜਿਹਦੇ ਕਿ ਇੱਕ ਚਾਈਨੀਜ਼ ਦੇ ਵਿੱਚ ਜੋ ਟਰੈਂਡ ਹੁੰਦਾ ਹੈ ਕਿ ਇੱਕ ਕ੍ਰੌਪ ਟੌਪ ਪਾਉਣਾ ਨਾਲ ਉਹਦੇ ਜੀਨ ਪਾਈ ਹੁੰਦੀ ਹੈ ਅਤੇ ਉਹਦੇ ਹਾਈ ਬੂਟਸ ਪਾਏ ਹੁੰਦੇ ਨੇ ਸ਼ੀ ਵਾਜ਼ ਅ ਸੈਂਟਰ ਆਫ ਅਟਰੈਕਸ਼ਨ ਟੂ ਦ ਆਥਰ ਠੀਕ ਆਥਰ ਜਦੋਂ ਉੱਥੇ ਪਹੁੰਚਦੇ ਨੇ ਠੀਕ ਹੈ ਨਾ ਸੈਂਟਰ ਆਫ ਅਟਰੈਕਸ਼ਨ ਹੈ ਜਿਹੜੀ ਉਹ ਬੇਟੀ ਹੈ ਜਿਹੜੀ ਪ੍ਰਮੋਦਨੀ ਬਣਦੀ ਹੈ ਔਨ ਅਰਾਈਵਿੰਗ ਐਟ ਦ ਰਿਜ਼ੋਰਟ ਹੀ ਵਾਜ਼ ਵੈਲਕਮਡ ਬਾਈ ਦ ਵਾਰਮ ਐਂਡ ਫਰੈਂਡਲੀ ਅਫੈਕਸ਼ਨ ਆਫ ਮਿਸਿਸ ਭੰਡਾਰੀ ਜਦੋਂ ਉਹ ਪਹੁੰਚਦੇ ਨੇ ਰਿਜ਼ੋਰਟ ਦੇ ਵਿੱਚ ਤਾਂ ਬੜਾ ਹੀ ਵਾਰਮ ਵੈਲਕਮ ਹੈ ਜਿਹੜਾ ਕੀਤਾ ਜਾਂਦਾ ਹੈ ਫਰੈਂਡਲੀ ਨੇਚਰ ਦੇ ਨਾਲ ਫਰੈਂਡਲੀ ਅਫੈਕਸ਼ਨ ਦੇ ਨਾਲ ਕਿਹਦੇ ਦੁਆਰਾ ਮਿਸਿਸ ਭੰਡਾਰੀ ਦੇ ਦੁਆਰਾ ਪ੍ਰਮੋਦਨੀ ਰਿਮੇਨਡ ਅਲੂਫ ਐਂਡ ਅ ਬਿਟ ਟਿਮਿਡ ਪ੍ਰਮੋਦਨੀ ਹੁਣ ਆਪਾਂ ਨੂੰ ਕੀ ਨਜ਼ਰ ਆ ਰਹੀ ਹੈ ਉੱਥੇ ਥੋੜ੍ਹੀ ਜਿਹੀ ਡਿਫਰੈਂਟ ਜਿਹੀ ਨਜ਼ਰ ਆ ਰਹੀ ਹੈ ਐਂਡ ਅ ਬਿਟ ਟਿਮਿਡ ਠੀਕ ਹੈ ਨਾ ਅਤੇ ਡਰਪੋਕ ਨਜ਼ਰ ਆ ਰਹੀ ਹੈ ਥੋੜ੍ਹੀ ਜਿਹੀ ਮਤਲਬ ਸ਼ੀ ਹੈਜ਼ ਅ ਨੋ ਕਰੇਜ unaware of the child's disability the narrator beckoned the child to him ਠੀਕ ਹੈ because of ਡੋਂਟ ਨੋ ਮਤਲਬ ਨਰੇਟਰ ਨੂੰ ਇੱਥੇ ਨਹੀਂ ਪਤਾ ਉਹਦੀ ਡਿਸਐਬਿਲਿਟੀ ਦੇ ਬਾਰੇ ਕਿ ਉਹ ਹੈਂਡੀਕੈਪਡ ਹੈ ਡੀਫ ਡੰਬ ਹੈ ਇਸ ਕਰਕੇ ਨਰੇਟਰ ਜੋ ਹੈ ਬੈਕਨ ਮੀਨਸ ਵਿਦ ਅ ਗੈਸਚਰਸ ਦੇ ਨਾਲ ਉਸ ਬੱਚੀ ਨੂੰ ਆਪਣੇ ਕੋਲ ਬੁਲਾਉਂਦਾ ਹੈ ਐਟ ਵਿਚ ਸ਼ੀ ਸ਼ੁਕ ਹਰ ਹੈਡ ਬਟ ਉਹ ਆਪਣਾ ਸਿਰ ਹਿਲਾ ਦਿੰਦੀ ਹੈ ਐਂਡ ਡੈਸ਼ਡ ਆਊਟ ਆਫ ਦ ਰੂਮ ਠੀਕ ਹੈ ਅਤੇ ਰੂਮ ਦੇ ਵਿੱਚ ਉਹ ਭੱਜੀ ਜਾਂਦੀ ਹੈ ਦੈਟ ਸਿਚੁਏਸ਼ਨ ਬਰੌਟ ਇਹ ਪੇਨਫੁਲ ਲੁੱਕ ਔਨ ਦਾ ਫੇਸਿਸ ਆਫ ਦਾ ਭੰਡਾਰੀਜ਼ ਅੱਛਾ ਇੱਦਾਂ ਦੇਖ ਕੇ ਭੰਡਾਰੀਜ਼ ਦੇ ਫੇਸਿਸ 'ਤੇ ਆਪਾਂ ਕਹਿੰਦੇ ਇੱਕ ਪੇਨਫੁਲ ਲੁੱਕ ਹੈ ਜਿਹੜੀ ਉਹ ਨਜ਼ਰ ਆਉਂਦੀ ਹੈ ਬਿਕੋਜ਼ ਆਫ ਦਾ ਨੇਚਰ ਆਫ ਦਾ ਇਹ ਦੇਖ ਕੇ ਕਿ ਉਹਨਾਂ ਦੀ ਬੇਟੀ ਦੇ ਅੰਦਰ ਬਿਲਕੁਲ ਕਰੇਜ ਹੀ ਨਹੀਂ ਹੈ ਕਿਸੇ ਦਾ ਸਾਹਮਣਾ ਕਰਨ ਦਾ ਇਹ ਸਿਚੁਏਸ਼ਨ ਦੇਖ ਕੇ ਇੱਕ ਪੇਨਫੁਲ ਲੁੱਕ ਨਜ਼ਰ ਆਉਂਦੀ ਆ ਆਪਾਂ ਨੂੰ ਮਿਸਟਰ ਔਰ ਮਿਸਿਸ ਭੰਡਾਰੀ ਦੇ ਫੇਸ 'ਤੇ ਦ ਡਾਟਰ ਇਜ਼ ਫਿਜ਼ੀਕਲੀ ਹੈਂਡੀਕੈਪਡ ਕੰਡੀਸ਼ਨ ਵਾਜ਼ ਐਕਸਪਲੇਨ ਟੂ ਦਾ ਆਥਰ ਉਦੋਂ ਬਾਅਦ ਮਿਸਟਰ ਔਰ ਮਿਸਿਸ ਭੰਡਾਰੀ ਆਪਣੀ ਬੇਟੀ ਦੀ ਜੋ ਫਿਜ਼ੀਕਲੀ ਹੈਂਡੀਕੈਪਡ ਹੈ ਠੀਕ ਹੈ ਨਾ ਕੰਡੀਸ਼ਨ ਹੈ ਜਿਹੜੀ ਸਾਰੀ ਉਹ ਆਥਰ ਨੂੰ ਐਕਸਪਲੇਨ ਕਰਦੇ ਨੇ apparently the parents faced with awkward moments every time a guest arrived and the child totally aghast while the situation was being explained ਠੀਕ ਤਾਂ ਇਸੇ ਤਰ੍ਹਾਂ ਹੀ ਪੇਰੈਂਟਸ ਜੋ ਨੇ ਬਾਰ-ਬਾਰ ਮਤਲਬ ਔਕਵਰਡ ਮੋਮੈਂਟਸ ਹੈ ਜਿਹੜੇ ਉਹ ਫੇਸ ਕਰਦੇ ਨੇ ਹਰ ਟਾਈਮ ਜਦੋਂ ਵੀ ਕੋਈ ਗੈਸਟ ਉਹਨਾਂ ਦੇ ਗੈਸਟ ਹਾਊਸ ਦੇ ਵਿੱਚ ਆਉਂਦਾ ਐਂਡ ਜੋ ਬੱਚੀ ਹੈ ਉਹ ਹੈਂਡੀਕੈਪਡ ਟੋਟਲੀ ਐਗਹੌਸਟ ਮੀਨਸ ਟੈਰੀਫਾਈਡ ਠੀਕ ਹੈ ਨਾ ਡਰ ਜਾਂਦੀ ਹੈ ਵਾਈਲ ਦ ਸਿਚੁਏਸ਼ਨ ਵਾਜ਼ ਬੀਇੰਗ ਐਕਸਪਲੇਨਡ ਠੀਕ ਹੈ ਨਾ ਜਦੋਂ ਉਹਦੀ ਸਿਚੁਏਸ਼ਨ ਦੱਸੀ ਜਾਂਦੀ ਹੈ ਤਾਂ ਮਤਲਬ ਹੋਰ ਵੀ ਜ਼ਿਆਦਾ ਆਪਾਂ ਕਹੀਏ ਉਹ ਬੱਚੀ ਹੈ ਜਿਹੜੀ ਟੈਰੀਫਾਈਡ ਹੋ ਜਾਂਦੀ ਹੈ her only means of communication was a gesture made with her hand her only means of communication ਦਾ ਠੀਕ ਹੈ ਨਾ ਕਮਿਊਨੀਕੇਸ਼ਨ ਕਰਨ ਦਾ ਸਿਰਫ ਇੱਕੋ ਹੀ ਰਿਸੋਰਸ ਆਪਾਂ ਕਹਿੰਦੇ ਇੱਕੋ ਹੀ ਮੇਨ ਸੀਗਾ ਉਹ ਕੀ ਸੀ was a gestures made with her hands ਆਪਣੇ ਹੈਂਡਸ ਦੇ ਨਾਲ ਉਹ ਜਿਹੜੇ ਗੈਸਚਰਸ ਬਣਾ ਦਿੰਦੀ ਉਹੀ ਮਤਲਬ ਇੱਕ ਮੇਨ ਕਮਿਊਨੀਕੇਸ਼ਨ ਦਾ ਇੱਕ ਮੀਨ ਸੀਗਾ ਸਾਧਨ ਸੀ the narrator suggested the parents to inform every new guest in a typed letter sealed in an envelope. The letter was a brief note on the child's handicapped situation and had a request that the visitor should refrain from approaching Pramodini and asking her any questions. अच्छा ਹੁਣ ਇੱਥੇ ਜੋ narrator ਹੈ ਉਹ ਕੀ ਇਨਫੋਰਮ ਕਰਦਾ ਹੈ ਪੇਰੈਂਟਸ ਨੂੰ ਕੀ ਇਨਫੋਰਮ ਕਰਦਾ ਹੈ ਕਿ ਜਦੋਂ ਵੀ ਕੋਈ ਗੈਸਟ ਆਵੇ ਠੀਕ ਹੈ ਨਾ ਤੁਸੀਂ ਕੀ ਕਰੋ ਇੱਕ ਲੈਟਰ ਬਣਾਓ ਜੋ ਜਿਸ ਨੂੰ ਕਿ ਤੁਸੀਂ ਇਨਵੈਲਪ ਦੇ ਵਿੱਚ ਸੀਲ ਕਰਕੇ ਰੱਖੋ ਅਤੇ ਉਸ ਲੈਟਰ ਦੇ ਵਿੱਚ ਕੀ ਲਿਖੋ ਬਰੀਫ ਨੋਟ ਔਨ ਦਾ ਚਾਈਲਡਸ ਹੈਂਡੀਕੈਪਡ ਸਿਚੁਏਸ਼ਨ ਉਸ ਲੈਟਰ ਦੇ ਵਿੱਚ ਤੁਸੀਂ ਉਸ ਬੱਚੀ ਦੇ ਬਾਰੇ ਆਪਣੀ ਬੱਚੀ ਦੇ ਬਾਰੇ ਹਰ ਇੱਕ
ਉਹ ਚੀਜ਼ ਲਿਖੋ ਜੋ ਉਹਦੇ ਵਿੱਚ ਮਤਲਬ ਕਮੀ ਹੈ, ਜੋ ਉਹਦੀ ਸਿਚੁਏਸ਼ਨ ਹੈ, ਜੋ ਰੀਅਲ ਸਿਚੁਏਸ਼ਨ ਉਹ ਫੇਸ ਕਰ ਰਹੀ ਹੈ ਤੁਹਾਡੀ ਬੇਟੀ ਹੈਂਡੀਕੈਪਟ, ਠੀਕ ਹੈ ਨਾ, ਉਹ ਸਭ ਕੁਝ ਉਹਦੇ ਲੈਟਰ ਦੇ ਵਿੱਚ ਲਿਖੋ। ਅਤੇ ਤੁਸੀਂ ਆਪਣੇ ਜੋ ਵੀ ਤੁਹਾਡੇ ਘਰ ਗੈਸਟ ਆਉਂਦਾ, ਕੋਈ ਵੀ ਗੈਸਟ ਰੂਮ ਦੇ ਵਿੱਚ, ਤੁਸੀਂ ਉਹਨਾਂ ਨੂੰ ਇਹ ਪਕੜਾ ਦਿਓ। And had a request that the visitor should refrain from approaching Pramodini and asking her any question. ठीक. Then the narrator relates the incident. When on one day there arrived a strange visitor, Mr. David. अच्छा हुन narrator ਆਪਾਂ कहते relate उस इस इंसीडेंट ਨੂੰ रिलेट करता है ਜਦੋਂ ਇੱਕ ਦਿਨ ਉਸ ਗੈਸਟ ਹਾਊਸ ਦੇ ਵਿੱਚ ਇੱਕ ਵਿਜ਼ਿਟਰ ਆਉਂਦਾ ਹੈ ਜਿਹਦਾ ਨੇਮ ਹੁੰਦਾ ਹੈ ਮਿਸਟਰ ਡੇਵਿਡ, ਇੱਕ ਸਟ੍ਰੇਂਜ ਵਿਜ਼ਿਟਰ। ही वॉज बियरली 25, नीयरली मतलब वो बड़ी मुश्किल दे नाल 25 ईयर्स का होएगा। एंड हैड एन अनकैम्प्ड अपीयरेंस, ठीक। एंड मतलब अनकैम्प्ड अपीयरेंस है, बड़ा मैसी जा लग रहा, मतलब आप कहते कि डर्टी लुक जी लग रही है ਉਹਦੀ। आफ्टर रीडिंग द नॉट इन द सील्ड इनवैलप अबाउट प्रमोदनी। अच्छा अकॉर्डिंग टू, क्योंकि नरेटर ने ਉਹਦੇ ਪੇਰੈਂਟਸ ਨੂੰ ਕਿਹਾ ਸੀਗਾ ਕਿ ਤੁਸੀਂ ਇੱਕ ਲੈਟਰ ਦੇ ਵਿੱਚ ਲਿਖ ਕੇ ਰੱਖੋ ਅਤੇ ਹਰ ਇੱਕ ਗੈਸਟ ਨੂੰ ਪਕੜਾ ਦਿਓ, ਤਾਂ ਉਹਨਾਂ ਨੇ ਉਹੀ ਕੀਤਾ। ਜਦੋਂ ਮਿਸਟਰ ਡੇਵਿਡ ਆਏ ਤਾਂ ਉਹਨਾਂ ਨੂੰ ਪਕੜਾ ਦਿੱਤਾ ਉਹ ਇਨਵੈਲਪ ਜਿਹਦੇ ਵਿੱਚ ਸਾਰੀ ਕੰਡੀਸ਼ਨ ਲਿਖੀ ਹੋਈ ਸੀ ਉਹਨਾਂ ਦੀ ਬੱਚੀ ਦੀ। ਤਾਂ ਉਹਨਾਂ ਨੇ ਜਦੋਂ ਪੜ੍ਹਿਆ, ਮਿਸਟਰ ਡੇਵਿਡ ਨੇ ਉਹ ਪੜ੍ਹੀ ਅਬਾਊਟ ਪ੍ਰਮੋਦਨੀ ਦੀ ਕੰਡੀਸ਼ਨ, ਠੀਕ ਹੈ। ਹੀ ਰਸ਼ਡ ਆਊਟ ਇਨਟੂ ਦ ਕੋਰਟਯਾਰਡ ਐਂਡ ਡਾਟਡ ਆਊਟ ਟੂਵਰਡਸ ਹਰ, ਠੀਕ ਹੈ। ਤਾਂ ਉਹ ਕੀ ਕਰਦਾ, ਉਹ ਰਸ਼ਡ ਆਊਟ ਇਨਟੂ ਦ ਕੋਰਟਯਾਰਡ, ਕੋਰਟਯਾਰਡ ਦੇ ਵਿੱਚ ਆ ਜਾਂਦਾ, ਭੱਜੇ ਆ ਜਾਂਦੇ ਨੇ, ਪਹੁੰਚ ਜਾਂਦੇ ਨੇ ਕੋਰਟਯਾਰਡ ਦੇ ਵਿੱਚ। ਐਂਡ ਡਾਟਡ ਆਊਟ ਟੂਵਰਡਸ ਹਰ, ਅਤੇ ਬੜੀ ਕਿਊਕਲੀ ਉਹਦੇ ਵੱਲ ਮੂਵ ਹੁੰਦੇ ਨੇ, ਠੀਕ ਹੈ। ਮਿਸਟਰ ਡੇਵਿਡ ਜੋ ਹੈ ਪ੍ਰਮੋਦਨੀ ਦੇ ਕੋਲ ਚਲੇ ਜਾਂਦੇ ਨੇ, ਯਾਨੀ ਕਿ ਕੋਰਟਯਾਰਡ ਦੇ ਵਿੱਚ ਆ ਕੇ ਉਹਦੇ ਕੋਲ ਚਲੇ ਜਾਂਦੇ ਨੇ। ਮਿਸਟਰ ਡੇਵਿਡਜ਼ ਸਡਨ ਇੰਪਲਸ ਹੈਡ ਸ਼ੌਕਡ ਦ ਪੇਰੈਂਟਸ ਹੂ ਥੋਟ ਦੈਟ ਹੀ ਵਾਜ਼ ਬੀਇੰਗ ਰਿਊਡ। ਮਿਸਟਰ ਡੇਵਿਡਜ਼ ਇੱਕ ਅਚਾਨਕ ਜੋ ਉਹਨਾਂ ਦੀ ਇਹ ਡਿਜ਼ਾਇਰ ਦੇਖ ਕੇ ਉਹਦੀ ਬੱਚੀ ਦੇ ਵੱਲ ਭੱਜੇ ਜਾਣਾ, ਠੀਕ ਹੈ ਨਾ, ਉਹਦੇ ਪੇਰੈਂਟਸ ਨੂੰ ਥੋੜ੍ਹਾ ਸ਼ੌਕ ਕਰਦੀ ਹੈ। ਹੂ ਥੋਟ ਹੀ ਵਾਜ਼ ਬੀਇੰਗ ਰਿਊਡ, ਠੀਕ ਹੈ ਨਾ, ਅਤੇ ਉਹ ਸੋਚਦੇ ਨੇ ਕਿ ਇੱਦਾਂ ਕਿਉਂ ਕਰ ਰਿਹਾ, ਮਤਲਬ ਇੱਕ ਰਿਊਡ ਜਿਹਾ ਨੇਚਰ ਲੱਗਦਾ ਉਹਨਾਂ ਨੂੰ, ਠੀਕ ਹੈ ਨਾ, ਵੀ ਅਸੀਂ ਲੈਟਰ ਦੇ ਵਿੱਚ ਸਭ ਕੁਝ ਲਿਖਿਆ ਤਾਂ ਵੀ ਇਹ ਸਾਡੀ ਬੇਟੀ ਦੇ ਵੱਲ ਕਿਉਂ ਜਾ ਰਿਹਾ। ਦੈਟ ਮੋਮੈਂਟ ਆਫ ਕਿਊਰੀਓਸਿਟੀ ਇਨ ਦ ਏਅਰ ਵਾਜ਼ ਬ੍ਰੋਕਨ ਬਾਈ ਦ ਸਾਊਂਡ ਆਫ ਏ ਗਨ ਐਕਸਪਲੋਡਿੰਗ ਸ਼੍ਰਿਲ ਲਾਫਟਰ, ਠੀਕ ਹੈ। ਤਾਂ ਅਚਾਨਕ ਆਪਾਂ ਕਹਿ ਦਈਏ ਕਿ ਮੋਮੈਂਟ ਆਫ ਕਿਊਰੀਓਸਿਟੀ, ਠੀਕ ਹੈ, ਕਿਊਰੀਓਸਿਟੀ ਦੀ ਜਿਹੜੀ ਮੂਮੈਂਟ ਹੈ ਹਵਾ ਦੇ ਵਿੱਚ, ਆਪਾਂ ਕਹਿ ਦਈਏ ਇੱਕੋ ਦਮ ਇਹ ਸਾਊਂਡ, ਜਦੋਂ ਗਨ ਐਕਸਪਲੋਡਿੰਗ ਸ਼੍ਰਿਲ ਲਾਫਟਰ ਹੁੰਦੀ ਹੈ, ਯਾਨੀ ਕਿ ਇੱਕ ਉੱਚੀ ਆਵਾਜ਼ ਦੇ ਵਿੱਚ ਹਾਸੇ ਦੀ ਆਵਾਜ਼ ਜਦੋਂ ਆਉਂਦੀ ਹੈ, ਇਹ ਸਾਰੀ ਸ਼ਾਂਤੀ ਨੂੰ ਇੱਕੋ ਦਮ, ਹਵਾ ਦੇ ਵਿੱਚ ਜਿਹੜੀ ਸ਼ਾਂਤੀ ਹੁੰਦੀ ਹੈ ਇੱਕੋ ਦਮ ਇਹ ਕਿਊਰੀਓਸਿਟੀ ਦੇ ਵਿੱਚ ਬਦਲ ਦਿੰਦੀ ਹੈ। ਇਟ ਵਾਜ਼ ਏ ਵੰਡਰ ਐਂਡ ਅਮੇਜ਼ਮੈਂਟ ਫॉर द ਭੰਡਾਰੀਜ਼, ਠੀਕ ਹੈ। ਇਹ ਭੰਡਾਰੀਜ਼ ਦੇ ਲਈ ਬੜੀ ਹੀ ਵੰਡਰਨੈਸ ਔਰ ਅਮੇਜ਼ਮੈਂਟ ਵਾਲੀ ਗੱਲ ਸੀ। ਡੇਵਿਡ ਹੂ ਵਾਜ਼ ਅ ਯੂਥ ਹੂ ਟੂ ਵਾਜ਼ ਡੀਫ ਐਂਡ ਡਮ। ਅੱਛਾ ਡੇਵਿਡ ਜੋ ਕਿ ਹੁਣ ਉਹਨਾਂ ਦਾ ਗੈਸਟ ਆਇਆ ਸੀ, ਵਿਜ਼ਿਟਰ ਆਇਆ ਸੀ ਉਹਨਾਂ ਦੇ ਘਰ, ਉਹ ਵੀ ਡੀਫ ਐਂਡ ਡਮ ਸੀ ਐਕਚੁਅਲ ਦੇ ਵਿੱਚ, ਬਟ ਸੈਂਟ ਅਬਰੋਡ ਟੂ ਐਨ ਇੰਸਟੀਟਿਊਟ ਵੇਅਰ ਹੀ ਹੈਡ ਲਰਨ ਦ ਸਕਿੱਲ ਆਫ ਕਮਿਊਨੀਕੇਸ਼ਨ। ਬਟ ਉਹਨੂੰ ਮਿਸਟਰ ਡੇਵਿਡ ਨੂੰ ਅਬਰੋਡ ਭੇਜਿਆ ਗਿਆ ਸੀਗਾ ਇਸ ਇੱਕ ਇੰਸਟੀਟਿਊਟ ਦੇ ਵਿੱਚ, ਜਿੱਥੇ ਉਹਨੇ ਕਮਿਊਨੀਕੇਸ਼ਨ ਦੀ ਸਕਿੱਲਸ ਹੈ ਜਿਹੜੀ ਉਹ ਸਿੱਖਿਆ ਸੀ। ਹੀ ਹੈਡ ਰਿਟਰਨ ਟੂ ਇੰਡੀਆ ਟੂ ਓਪਨ ਅ ਸਕੂਲ ਫॉर द ਹੈਂਡੀਕੈਪ ਚਿਲਡਰਨ। ਹੁਣ ਉਹ ਵਾਪਿਸ ਇੰਡੀਆ ਦੇ ਵਿੱਚ ਕਿਉਂ ਆਇਆ ਸੀਗਾ, ਹੈਂਡੀਕੈਪ ਚਿਲਡਰਨ ਦੇ ਲਈ ਸਕੂਲ ਓਪਨ ਕਰਨ ਦੇ ਲਈ। ਹੀ ਵਾਜ਼ ਈਗਰ ਟੂ ਮੇਕ ਪ੍ਰਮੋਦਨੀ ਹਿਜ਼ ਫਰਸਟ ਸਟੂਡੈਂਟ ਐਂਡ ਡਿਸਕਲੋਜ਼ਿੰਗ ਦਿਸ ਟਰੁਥ ਟੂ ਦ ਭੰਡਾਰੀਜ਼, ਠੀਕ ਹੈ। ਤਾਂ ਭੰਡਾਰੀਜ਼ ਜਦੋਂ ਮਤਲਬ ਇਹ ਚੀਜ਼ ਦੇਖਦੇ ਨੇ ਕਿ ਉਹਨਾਂ ਦੀ ਬੇਟੀ ਪ੍ਰਮੋਦਨੀ ਜੋ ਹੈ ਮਿਸਟਰ ਡੇਵਿਡ ਦੇ ਨਾਲ ਬੜੀ ਹੱਸ ਕੇ ਗੈਸਚਰਸ ਦੇ ਨਾਲ ਆਪਸ ਦੇ ਵਿੱਚ ਗੱਲਾਂ ਕਰ ਰਹੇ ਨੇ ਦੋਨੋਂ, ਠੀਕ ਹੈ। ਤਾਂ ਹੁਣ ਮਿਸਟਰ ਡੇਵਿਡ ਹੈ ਜਿਹੜਾ ਬੜਾ ਹੀ ਜ਼ਿਆਦਾ ਈਗਰ ਹੈ, ਉਤਸੁਕ ਹੈ ਕਿ ਪ੍ਰਮੋਦਨੀ ਨੂੰ ਉਹ ਆਪਣਾ ਫਸਟ ਸਟੂਡੈਂਟ ਬਣਾਵੇ ਆਪਣੇ ਸਕੂਲ ਦਾ, ਜੋ ਉਹਨੇ ਹੈਂਡੀਕੈਪਟ ਚਿਲਡਰਨ ਦੇ ਲਈ ਸਕੂਲ ਖੋਲ੍ਹਣਾ ਹੈ, ਆਪਣਾ ਫਸਟ ਸਟੂਡੈਂਟ ਉਹ ਪ੍ਰਮੋਦਨੀ ਨੂੰ ਬੁਲਾਵੇ। ਤਾਂ ਇਹ ਚੀਜ਼ ਹੈ ਜਿਹੜੀ ਆਪਾਂ ਕਹਿ ਦਈਏ ਦੇ ਪੇਰੈਂਟਸ ਨੂੰ, ਪ੍ਰਮੋਦਨੀ ਦੇ ਪੇਰੈਂਟਸ ਨੂੰ ਬੜੀ ਹੀ ਜ਼ਿਆਦਾ ਖੁਸ਼ ਕਰ ਦਿੰਦੀ ਹੈ। ਐਂਡ ਦੇਅਰ ਜੋਏ ਨਿਊ ਨੋ ਬਾਉਂਡਸ ਐਂਡ ਦੇ ਵਰ ਫਿਲਡ ਵਿਦ ਗ੍ਰੈਟੀਟਿਊਡ ਟੂਵਰਡ ਮਿਸਟਰ ਡੇਵਿਡ, ਠੀਕ ਹੈ ਨਾ। ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਅਤੇ ਉਹ ਮਿਸਟਰ ਡੇਵਿਡ ਦੇ ਪ੍ਰਤੀ ਬੜੇ ਹੀ ਥੈਂਕਫੁਲ ਫੀਲ ਕਰਦੇ ਨੇ। The story ends with the description of Mrs. Bhandari as the happiest woman in the world and her laugh expressed as a carefree girl, ठीक। तो स्टोरी अपनी है जी एंड होंगी है कादी डिस्क्रिप्शन नाल, मिसिज भंडारी एज अ हैप्पीएस्ट वूमन इन द वर्ल्ड एंड हर लाफ एक्सप्रैसड एज अ केयर फ्री गर्ल।
clear बच्चे, this is all the story of the silver lining and you also read about the theme character जो भी ਇਹਦੇ क्वेश्चन ਹੁੰਦੇ ਆ ਨਾਲ ਨਾਲ ਰੀਡ ਕਰ ਲਿਆ ਕਰੋ, ਜੇ ਕੋਈ ਪ੍ਰੋਬਲਮ ਹੋਵੇ ਤਾਂ ਪੁੱਛ ਲਿਆ ਕਰੋ। ਓਕੇ ਬੱਚੇ, ਥੈਂਕ ਯੂ ਸੋ ਮਚ।